भाई जी। भाई जी गुरमत क्लास हाजिर पढ़ने वाले इंद्र पाना सब में जी आए आपके। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। गुरु अमरदास पातशाह ਦੀ ਉਚਾਰਨ ਕੀਤੀ ਹੋਈ ਰਾਮਕਲੀ ਦੀ ਵਾਰ ਮਹਲਾ ਤੀਜਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 947 ਤੋਂ ਆਰੰਭ ਹੋ ਕੇ 956 ਤੇ ਸੰਪੂਰਨ ਹੁੰਦੀ ਹੈ। ਉਸ ਦੀ ਲੜੀਵਾਰ ਵਿਚਾਰ ਕਰਦਿਆਂ ਅੱਜ ਅਸੀਂ ਆਖਰੀ ਪੌੜੀ ਤੇ ਪਹੁੰਚ ਗਏ ਹਾਂ। ਪੌੜੀ ਨੰਬਰ 21 ਇਸ ਵਾਰ ਦੀ ਆਖਰੀ ਪੌੜੀ ਹੈ, ਜਿਸ ਦੇ ਨਾਲ ਦੋ ਸ਼ਲੋਕ ਵੀ ਹਨ। तो ਅੱਜ ਇਹਨਾਂ ਸ਼ਲੋਕਾਂ ਤੇ ਪੌੜੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਆਓ ਪਹਿਲਾਂ ਇਸ ਪੌੜੀ ਨੰਬਰ 21 ਦੇ ਨਾਲ ਜੋ ਸ਼ਲੋਕ ਹਨ, ਪਹਿਲੇ ਸ਼ਲੋਕ ਦਾ ਪਾਠ ਕਰ ਲੈਂਦੇ ਹਾਂ। ਸ਼ਲੋਕ ਮਹਿਲਾ ਪਹਿਲਾ। ਸਰਵਰ ਹੰਸ ਧੁਰੇ ਹੀ ਮੇਲਾ उसमें एवं पढ़ा सरवर अंदर हीरा मोती सो हंसा का खाना बगुला काग ना रही सरवर जे होवे अत सियाणा उन रिजक ना पयो उठै उन होरों खाना सच कमाणै सच्चो पाइयै कूड़ै कूड़ा माना नानक तिनको सतगुर मिलिया जिना धुरे पया परवाना। इस श्लोक गुरु नानक पातशाह ने ਸਰੋਵਰ ਦਾ ਇੱਕ ਅਲੰਕਾਰ ਵਰਤਿਆ ਹੈ ਗੁਰੂ ਵਾਸਤੇ ਤੇ ਗੁਰਸਿੱਖਾਂ ਗੁਰਮੁਖਾਂ ਵਾਸਤੇ ਜੋ ਤਸ਼ਬੀਹ ਦਿੱਤੀ ਹੈ ਉਹ ਹੈ ਹੰਸ ਦੀ। ਮਨਮੁਖਾਂ ਵਾਸਤੇ ਬਗਲੇ ਤੇ ਕਾਂ ਦੀ ਜੋ ਮਿਸਾਲ ਹੈ ਉਹ ਵਰਤੀ ਹੈ। तो श्लोक की शुरुआत इस गुरु साहब फरमाते हैं कि सरवर हंस तुरे ही मेला खसमै एवं पहाड़। खसमै मालक अकाल पुरख वाहिगुरु वास्ते लफज है। खसम का आखिरी अर्थ होता है मालक। तो इतने मालक परमात्मा अकाल पुरख ਨੂੰ ਕਿਹਾ ਗਿਆ ਹੈ। परमात्मा ਨੂੰ अकाल पुरख ਨੂੰ ਇਹੀ ਚੰਗਾ ਲੱਗਦਾ ਹੈ ਕਿ ਸਰਵਰ ਤੇ ਹੰਸ ਦਾ ਮਿਲਾਪ ਬਣਿਆ ਰਵੇ। ਸਰਵਰ ਕੌਣ ਹੈ? ਸਰਵਰ ਹੈ ਗੁਰੂ ਅਤੇ ਹੰਸ ਹਨ ਉਹ ਗੁਰਸਿੱਖ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। सत्संगत का जो कॉन्सैप्ट है वो गुरु साहब के अनुसार वाहिगुरु के वलों घरों ही ये नियत किया गया है, बनिया गया है कि गुरसिख गुरु की शरण बैठ के गुरु पासों ज्ञान हासिल करन, उपदेश हासिल करन, उस उपदेश की कमाई करके अपना जीवन सफला कर। तो मिसाल ली गई है हंस की और ये हंस के बारे में भारतीय समाज के बड़े पुराने समय तो पुरातन जड़ा सनातन मत का लिटरेचर है उन्होंने भी बड़ी बारी इस गल का जिक्र मिलता है कि हंस मानसरोवर ते रहिंदे हन, वो हीरे मोती खाते हैं, होर कोई खुराक नहीं खाते। ते ये गल जनता दे विच भी बहुत ज़्यादा प्रचलित रही है और लोग इस चीज़ को मनते भी सन कि भी हाँ ये सच्चाई यही है। हालांकि जदों हुण विज्ञानक जीआं दे उत्ते जानवरां पंछियां की स्टडी की जा रही है तो ऐसे कोई भी जीव अजे तक विज्ञानियों को नहीं नज़र आए जिन्हां दी शक्ल कोई इहो जे हंसां दे नाल मिलदी होवे ते जिहड़े हीरे और मोती खांदे हो। तो चिट्टे पंछी मिलते तो हैं जिहड़े सरोवरां दे कंढियां ते रहिंदे हन, ऐसे पंछी तो मिलते हैं पर वो हीरे मोती खांदे होण ऐसे पंछी कोई अज तक किधरों लभे नहीं। पर ਇਹਦੇ ਨਾਲ ਕੋਈ ਬਹੁਤਾ फर्क पैंदा नहीं है क्योंकि गुरु साहब ने जो मिसालां वरतियां ਹਨ वो कोई जूआलॉजी या बायोलॉजी की स्टडी
ਦੇ ਗ੍ਰੰਥ ਨਹੀਂ ਲਿਖੇ। ਉਹਨਾਂ ਦਾ ਮਕਸਦ ਕੋਈ ਇਹਨਾਂ ਪੰਛੀਆਂ ਦੇ ਉੱਤੇ ਖੋਜ ਪੱਤਰ ਜਾਰੀ ਕਰਨਾ ਨਹੀਂ ਸੀਗਾ। ਉਹਨਾਂ ਦਾ ਮਕਸਦ ਸੀਗਾ ਆਪਣਾ ਸੁਨੇਹਾ ਆਮ ਜਨਤਾ ਨੂੰ ਐਸੇ ਢੰਗ ਦੇ ਨਾਲ ਸਮਝਾਉਣਾ ਜਿਹਦੇ ਨਾਲ ਗੱਲ ਲੋਕਾਂ ਨੂੰ ਸੌਖੇ ਹੀ ਸਮਝ ਵਿੱਚ ਆ ਜਾਵੇ। ਤੇ ਜੇ ਲੋਕੀ ਹੰਸ ਔਰ ਮੋਤੀ ਦੀ ਗੱਲ ਤੋਂ ਗੁਰੂ ਸਾਹਿਬ ਦਾ ਉਪਦੇਸ਼ ਸਮਝ ਲੈਂਦੇ ਹਨ ਤਾਂ ਇਹਦੇ ਵਿੱਚ ਗੁਰੂ ਸਾਹਿਬ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਜਿਹੜੀ ਮਿਸਾਲ ਵਰਤੀ ਜਾ ਰਹੀ ਹੈ ਉਹ ਅਸਲ ਵਿੱਚ ਮੌਜੂਦ ਹੈ ਵੀ ਹੈ ਜਾਂ ਨਹੀਂ ਹੈ, ਇਹਦੇ ਨਾਲ ਕੋਈ ਕੰਸਰਨ ਨਹੀਂ ਹੈ। ਜੇ ਹੰਸਾਂ ਦੀ ਗੱਲ ਔਰ ਸਰੋਵਰ ਦੀ ਗੱਲ ਕਰਕੇ ਸੁਣਨ ਵਾਲੇ ਨੂੰ ਇਹ ਮੈਸੇਜ ਮਿਲ ਜਾਂਦਾ ਹੈ ਕਿ ਪੂਰਨ ਗੁਰੂ ਦੀ ਸੰਗਤ ਕਰਨੀ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਦਾ ਹੀ ਇਕਲੌਤਾ ਤਰੀਕਾ ਹੈ ਜਿੱਥੋਂ ਸ਼ੁਭ ਗੁਣ ਸਹੀ ਜੀਵਨ ਜਾਂਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਚੰਗੇ ਗੁਣ ਜਿਹੜੇ ਹਨ ਉਹ ਮੋਤੀਆਂ ਹੀਰੇ ਮੋਤੀਆਂ ਦੇ ਨਾਲ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ, ਕਿਉਂਕਿ ਗੱਲ ਤਾਂ ਇਹ ਹੈ ਕਿ ਦੁਨੀਆ ਦੇ ਵਿੱਚ ਹੀਰੇ ਮੋਤੀਆਂ ਨੂੰ ਕੀਮਤੀ ਸਮਝਿਆ ਜਾਂਦਾ ਹੈ, ਵੈਲਿਊਏਬਲ ਸਮਝਿਆ ਜਾਂਦਾ ਹੈ, ਜਿਨ੍ਹਾਂ ਨੂੰ ਹਾਸਲ ਕਰਨਾ, ਜਿਨ੍ਹਾਂ ਨੂੰ ਆਪਣੇ ਕੋਲ ਰੱਖਣਾ ਜਿਹੜੇ ਸਮੇਂ ਦੇ ਰਈਸ ਜਾਂ ਧਨਵਾਨ ਜਿਹੜੇ ਲੋਕ ਹਨ ਉਹ ਆਪਣਾ ਸਮਝਦੇ ਸਨ ਕਿ ਸਾਡੇ ਵਾਸਤੇ ਸਾਡੀ ਇੱਜ਼ਤ ਬਣਾਉਣ ਵਾਲੀ ਚੀਜ਼ ਹੈ। ਜੇ ਸਾਡੇ ਕੋਲ ਇਹ ਕੀਮਤੀ ਪੱਥਰ ਜਿਊਲਰੀ ਹੋਏਗੀ ਤਾਂ ਸਾਡਾ ਸਮਾਜ ਦੇ ਵਿੱਚ ਰੁਤਬਾ ਚੰਗਾ ਮੰਨਿਆ ਜਾਏਗਾ, ਸਾਡੀ ਇੱਜ਼ਤ ਵਿੱਚ ਵਾਧਾ ਹੋਏਗਾ। ਇਸੇ ਹੀ ਲਾਈਨ ਦੇ ਉੱਤੇ ਜਿਹੜੇ ਇਨਸਾਨਾਂ ਦੇ ਕੋਲ ਪੂਰਨ ਗੁਰੂ ਦੇ ਪਾਸੋਂ ਗੁਣ ਹਾਸਲ ਕਰਕੇ ਆਪਣੇ ਜੀਵਨ ਵਿੱਚ ਜਿਹੜੇ ਅਪਣਾ ਲੈਣ ਤਾਂ ਪ੍ਰਭੂ ਦੀ ਦਰਗਾਹ ਦੇ ਵਿੱਚ ਉਹਨਾਂ ਜੀਵਾਂ ਦੀ ਮਾਨ ਇੱਜ਼ਤ ਚੰਗੀ ਹੁੰਦੀ ਹੈ, ਉਹਨਾਂ ਨੂੰ ਚੰਗੇ ਸਮਝਿਆ ਜਾਂਦਾ ਹੈ। ਦਰਗਾਹ ਦੇ ਵਿੱਚ ਵੀ ਐਸੇ ਹੀ ਜੀਵ ਮਾਨ ਪਾਉਂਦੇ ਹਨ, ਇੱਜ਼ਤ ਪਾਉਂਦੇ ਹਨ ਜਿਨ੍ਹਾਂ ਦੇ ਕੋਲ ਸ਼ੁਭ ਗੁਣ ਹੁੰਦੇ ਹਨ। ਸ਼ੁਭ ਗੁਣਾਂ ਦਾ ਜੋ स्रोत है, जो सोर्स है वो पूर्ण गुरु ही। तो इस करके क्योंकि पुराने विश्वास के मुताबिक हंस हीरे मोतियां की खुराक सरोवर तो ही पाते सन, तो इसलिए गुरु साहब ने पूरे गुरु नूं सरोवर की तुलना की है ते हंसां दे नाल गुरमुखां की तुलना की है। ते इन्हां दा जोड़ इस तरह बयान किया है कि प्रभु ਨੂੰ ਵੀ ਇਉਂ ਹੀ ਪਾਉਂਦਾ ਹੈ ਕਿ ਹੰਸ ਤੇ ਸਰੋਵਰ ਇਕੱਠੇ ਹੀ ਰਹਿਣ, ਭਾਵ ਗੁਰਮੁਖ ਸੱਜਣ ਪੂਰੇ ਗੁਰੂ ਦੀ ਸੰਗਤ ਦੇ ਵਿੱਚ ਜੁੜੇ ਰਹਿਣ। ਸੋ ਇਸੇ ਹੀ ਆਈਡੀਆ ਨੂੰ ਗੁਰੂ ਸਾਹਿਬ ਇੱਥੇ ਇਸ ਸ਼ਲੋਕ ਵਿੱਚ ਕਨਵੇ ਕਰ ਰਹੇ ਹਨ। ਸਰਵਰ ਹੰਸ ਧੁਰੇ ਹੀ ਮਿਲਾ, ਧੁਰੇ ਤੋਂ ਭਾਵ ਹੈ ਧੁਰੇ ਹੀ ਤੋਂ ਭਾਵ ਹੈ ਧੁਰ ਤੋਂ ਹੀ। ਪ੍ਰਮਾਤਮਾ ਦੇ ਵੱਲੋਂ, ਅਕਾਲ ਪੁਰਖ ਦੇ ਵੱਲੋਂ ਇਹ ਨਿਸ਼ਚਿਤ ਹੀ ਹੈ कि गुरमुख सज्जन पूरे गुरु की संगत करते रहे, पूरे गुरु पासों ही ज्ञान हासिल करते रहे। खसमे इवें पाना, उस खसम नूं, मालक नूं, जो सारी सृष्टि का मालक है, सारी सृष्टि का रचनहार है, सब जीवों का रचनहार है, वो करता पुरख नूं इवें पाना, इवें ही चंगा लगता है। इवें इस तरीके नाल ही यही गल चंगी लगती है, पाना पांदा है, चंगा लगता है। तो सरवर हंस तुरे ही मेला खसमे एवं पाना। फिर उसकी वजह की है कि सरवर अंदर हीरा मोती सो हंसा का खाना। हंसा की खुराक तो हीरा मोती ही है, जो कि प्रचलित रवायत चलती आती है, उसे की वरतों करके गुरु साहब कहते हैं कि जिवें हंसा की खुराक हीरा मोती है, इसी तरह ही गुरमुखा की जो इच्छा है, जो चाहत है, जो उन्होंने अंदर कुछ प्राप्त करने की कामना है, वो है शुभ गुणों की। शुभ गुण मिल सकते हैं गुरु रूपी सरोवर तो उस गुरु रूपी सरोवर के कोल हीरे मोतियां वर्गे गुण हैं। चंगी जीवन जाच का ढंग है जिसनों अपना के ये गुरमुख रूपी हंस जिहड़े ने वो अपनी जिंदगी नूं सवार सकते हैं, अपने आप को रिझा सकते हैं। उन्होंने होर दूजे किसी पासों ज्ञान लैण की कोई जरूरत नहीं है, ना ही इच्छा है। तो ये सरवर रूप पासों गुरमुख हंस शुभ गुण सही जीवन जाच की दात प्राप्त करते हैं, जो उन्होंने जीवन की खुराक है, जो उन्होंने जीवन का आसरा है।
ਜਿਹਦੇ ਸਹਾਰੇ ਉਹਨਾਂ ਦਾ ਜੀਵਨ ਅੱਗੇ ਵੱਧਦਾ ਹੈ, ਸਫਲ ਹੁੰਦਾ ਹੈ। ਇਸ ਦੇ ਉਲਟ ਜਿਹੜੇ ਮਨਮੁਖ ਹਨ, ਜੋ ਮਾਇਆ ਦੇ ਵਿੱਚ ਖਚਿਤ ਹਨ, ਉਹਨਾਂ ਦੇ ਨਾਲ ਉਹਨਾਂ ਦੀ ਤੁਲਨਾ ਵਾਸਤੇ ਗੁਰੂ ਸਾਹਿਬ ਨੇ ਲਫ਼ਜ਼ ਵਰਤੇ ਹਨ ਬਗਲਾ ਤੇ ਕਾਂ ਦਾ। ਬਗਲਾ ਭਾਵੇਂ ਰੰਗ ਰੂਪ ਵਿੱਚ ਹੰਸਾਂ ਦੇ ਵਰਗਾ ਹੀ ਨਜ਼ਰ ਆਉਂਦਾ ਹੈ, ਚਿੱਟੇ ਰੰਗ ਦਾ ਹੁੰਦਾ ਹੈ, ਤੇ ਕਾਂ ਉਸਦੇ ਉਲਟ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ। ਪਰ ਆਦਤਾਂ ਦੋਵਾਂ ਦੀਆਂ ਹੀ ਮਾੜੀਆਂ ਹਨ। ਕਾਂ ਗੰਦਗੀ ਖਾਂਦਾ ਹੈ, ਬਗਲਾ ਵੀ ਭਾਵੇਂ ਭੇਖ ਬਣਾ ਕੇ ਪੋਜ਼ ਇਸ ਤਰ੍ਹਾਂ ਦਾ ਕਰਦਾ ਹੈ ਕਿ ਜਿਵੇਂ ਉਹ ਬੜੀ ਇਕਾਗਰਤਾ ਦੇ ਨਾਲ ਸਰੋਵਰ ਦੇ ਕੰਢੇ ਤੇ ਸਮਾਧੀ ਲਾ ਕੇ ਖੜਾ ਹੁੰਦਾ ਹੈ ਇੱਕ ਟੰਗ ਦੇ ਉੱਤੇ, ਪਰ ਨਜ਼ਰ ਉਹਦੀ ਧਿਆਨ ਉਹਦਾ ਸਾਰਾ ਹੁੰਦਾ ਹੈ ਕਿ ਕੋਈ ਡੁੱਬਦੀ ਮੱਛੀ ਜਿਹੜੀ ਸਰੋਵਰ ਦੇ ਕਿਨਾਰੇ ਦੇ ਨੇੜੇ ਆਵੇ ਤੇ ਫਟ ਉਹ ਚੁੰਝ ਮਾਰ ਕੇ ਉਹਨੂੰ ਪਕੜ ਲੈਂਦਾ ਹੈ ਤੇ ਖਾ ਜਾਂਦਾ ਹੈ। ਤੋ ਉਹਨਾਂ ਦਾ ਧਿਆਨ ਦੂਜਿਆਂ ਦਾ ਨੁਕਸਾਨ ਕਰਨਾ, ਦੂਜਿਆਂ ਦਾ ਹੱਕ ਮਾਰਨਾ, ਦੂਜਿਆਂ ਦੇ ਜ਼ੁਲਮ ਕਰਨਾ, ਇਹ ਇਸ ਤਰ੍ਹਾਂ ਦੀ ਬਿਰਤੀ ਉਹਨਾਂ ਦੀ ਹੈ। ਤੋ ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਇਹ ਮਨਮੁਖ ਹਨ, ਜਿਹੜੇ ਕਾਂ ਤੇ ਬਗਲਿਆਂ ਦੀ ਬਿਰਤੀ ਵਾਲੇ ਹਨ, ਭਾਵੇਂ ਕਿੰਨੇ ਹੀ ਸਿਆਣੇ ਸਮਝਦਾਰ ਹੋਣ, ਉਹ ਗੁਰੂ ਦੀ ਸੰਗਤ ਵਿੱਚ ਨਹੀਂ ਜਾਂਦੇ, ਕਿਉਂਕਿ ਗੁਰੂ ਦੀ ਸੰਗਤ ਵਿੱਚੋਂ ਤਾਂ ਜੀਵਨ ਨੂੰ ਸਹੀ ਅਸੂਲਾਂ ਦੇ ਉੱਤੇ ਚਲਾਉਣ ਦੀ ਹੀ ਗੱਲ ਸਮਝ ਜਾਣੀ ਹੈ, ਮਿਲਣੀ ਹੈ। ਉੱਥੋਂ ਉਪਦੇਸ਼ ਤਾਂ ਕੇਵਲ ਜੀਵਨ ਨੂੰ ਸੁਚੱਜਾ ਸਵਾਰਨ ਦਾ ਹੀ ਮਿਲਣਾ ਹੈ, ਗੁਣ ਧਾਰਨ ਕਰਨ ਦਾ ਮਿਲਣਾ ਹੈ। ਉਹ ਉਹਨਾਂ ਨੂੰ ਵਾਰੇ ਨਹੀਂ ਖਾਂਦੇ। ਉਹਨਾਂ ਦਾ ਤਾਂ ਇਹੀ ਕਲੇਮ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕੁਝ ਰੁਤਬਾ ਹਾਸਲ ਕਰਨਾ ਹੈ, ਜੇ ਤਰੱਕੀ ਕਰਨੀ ਹੈ, ਤੇ ਝੂਠ ਦਾ ਸਹਾਰਾ ਤਾਂ ਲੈਣਾ ਹੀ ਪਵੇਗਾ, ਫਰੇਬ ਤਾਂ ਕਰਨਾ ਹੀ ਪਵੇਗਾ, ਧੋਖਾ ਤਾਂ ਕਰਨਾ ਹੀ ਪਵੇਗਾ। ਜਿਨ੍ਹਾਂ ਦੇ ਜ਼ੋਰ ਚੱਲਦਾ ਹੈ ਉਹਨਾਂ ਦੇ ਜ਼ੋਰ ਚਲਾ ਕੇ ਉਹਨਾਂ ਨੂੰ ਦਬਾਉਣਾ ਹੀ ਪਏਗਾ। ਇਹ ਗੱਲਾਂ ਉਹਨਾਂ ਨੂੰ ਮਾਫਕ ਆਉਂਦੀਆਂ ਨੇ। ਉਹਨਾਂ ਨੂੰ ਇਨਸਾਫ, ਬਰਾਬਰੀ, ਸਭ ਦਾ ਹੱਕ, ਬਰਾਬਰ ਉਸ ਨੂੰ ਇੱਜ਼ਤ ਦੇਣੀ, ਸਭ ਨਾਲ ਸਹੀ ਵਰਤੋਂ ਕਰਨੀ, ਐਸੀਆਂ ਗੱਲਾਂ ਉਹਨਾਂ ਨੂੰ ਮਾਫਕ ਨਹੀਂ ਆਉਂਦੀਆਂ। ਉਹ ਐਸੇ ਇਨਸਾਨ ਫਿਰ ਗੁਰੂ ਦੀ ਸੰਗਤ ਵਿੱਚ ਜਾਣਾ ਪਸੰਦ ਹੀ ਨਹੀਂ ਕਰਦੇ। ਤੋ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਇੰਜ ਬਿਆਨ ਕੀਤਾ ਹੈ ਕਿ ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਭਾਵੇਂ ਦਿਮਾਗੀ ਤੌਰ ਦੇ ਉੱਤੇ ਬੜਾ ਗਿਆਨਵਾਨ ਵੀ ਹੋਵੇ, ਮਨਮੁਖ ਜਿਹੜਾ ਹੈ ਉਹ ਫਿਰ ਵੀ ਸਤਸੰਗਤ ਵਿੱਚ ਜਾ ਕੇ ਨਹੀਂ ਬੈਠਦਾ, ਕਿਉਂਕਿ ਉਸ ਨੂੰ ਉੱਥੇ ਆਪਣੇ ਮਾਇਆ ਦੇ ਸਫ਼ਰ ਦੇ ਉੱਤੇ ਤੁਰਨ ਵਾਸਤੇ ਉੱਥੋਂ ਉਹਨੂੰ ਕੋਈ ਸਹਾਇਤਾ ਨਹੀਂ ਮਿਲਦੀ। ਸਗੋਂ ਜੋ ਉੱਥੋਂ ਉਪਦੇਸ਼ ਮਿਲਦੇ ਹਨ ਉਹ ਉਹਦੇ ਜੀਵਨ ਦੇ ਵਿੱਚ ਖਲਬਲੀ ਪੈਦਾ ਕਰ ਸਕਦੇ ਹਨ, ਕਨਫਿਊਜ਼ਨ ਪੈਦਾ ਕਰ ਸਕਦੇ ਹਨ ਕਿ ਬਈ ਮੈਂ ਤਾਂ ਪੈਸਾ ਕਮਾਉਣਾ ਸੀ ਜਾਇਜ਼ ਜਾਂ ਨਾਜਾਇਜ਼ ਤਰੀਕੇ ਦੇ ਨਾਲ, ਮੈਨੂੰ ਤਾਂ ਸੱਚ ਦੀ ਗੱਲ ਕਰਨ ਨੂੰ ਕਿਹਾ ਜਾ ਰਿਹਾ ਹੈ, ਮੇਰਾ ਤਾਂ ਕੰਮ ਇਸ ਤਰ੍ਹਾਂ ਨਹੀਂ ਚੱਲ ਸਕਦਾ, ਇਹ ਸੱਚ ਵਾਲੀ ਗੱਲ ਮੈਨੂੰ ਮਾਫਕ ਨਹੀਂ ਆਉਂਦੀ। ਤੋ ਇਸ ਲਈ ਉਹ ਸਤਸੰਗਤ ਵਿੱਚ ਜਾਣਾ ਹੀ ਅਵੋਇਡ ਕਰਦੇ ਹਨ, ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਹੈ ਨਹੀਂ। ਉਹਨਾਂ ਨੂੰ ਤਾਂ ਚਾਹੀਦਾ ਹੈ ਕੋਈ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਠੱਗੀ ਕਰਨ ਦੇ, ਝੂਠ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ, ਲੁੱਟਣ ਦੇ ਢੰਗ ਕੋਈ ਸਿਖਾਉਣ ਵਾਲਾ ਮਿਲ ਜਾਵੇ ਤਾਂ ਉਹਦੀ ਸੰਗਤ ਲੱਭਦੇ। ਤੋ ਇਸ ਲਈ ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਾਇਓ ਉੱਥੇ, ਉਹਨਾਂ ਹੋਰੋਂ ਖਾਣਾ। ਉਹਨਾਂ ਨੂੰ ਜੋ ਖਾਣਾ ਹੈ, ਜੋ ਉਹਨਾਂ ਨੂੰ ਜਿਸ ਤਰੀਕੇ ਦਾ ਨੌਲੇਜ ਚਾਹੀਦਾ ਹੈ, ਉਹ ਸਤਸੰਗਤ ਵਿੱਚੋਂ ਮਿਲਦਾ ਨਹੀਂ ਹੈ। ਰਿਜ਼ਕ ਤੋਂ ਵੀ ਭਾਵ ਖੁਰਾਕ ਹੀ ਹੈ, ਜਿਸ ਦੇ ਸਹਾਰੇ ਜੀਵਨ ਚੱਲਦਾ ਹੈ, ਸਸਟੇਨ ਕੀਤਾ ਜਾਂਦਾ ਹੈ। तो मनमुखा की खुराक गुरमुखा तो बिल्कुल वखरी है, इसलिए वो सत्संगत में जाके राजी नहीं होंगे। पर गुरमुख जड़े हैं उन्होंने जड़े शुभ गुण चाहिए हैं, जो सही जीवन जात चाहिए है, वो पूरे गुरु पासों ही प्राप्त होती है। इसलिए हंस रूपी गुरमुख सच्चे गुरु रूपी सरोवर के नाल ही जुड़े रहते हैं। पर बगले रूपी मनमुख जड़े हैं, ਕਾਂ रूपी मनमुख जड़े हैं, उन्होंने सत्संगत माफक नहीं आती। वो तो किते होर ही अपनी खुराक पाते हैं, वो अपना ज्ञान अपनी चलाकियां किसी होर पासों ही लभदे हैं। अगलियां पंक्तियां जो इंसान नूं मनुखा जीवन के सफलता के वास्ते जो कुछ करना चाहिए है, वो गुरु साहब बयान करते हैं कि सच कमाना है, सच्चो पाइए, कूड़ा कूड़ा मन। कि जे सदा कायम रहने वाले प्रभु की बंदगी रूप कमाई करिए, सच कमाना, सच की कमाई की जाए,
सच दे चच्चे नूं सियारी है, सच दी कमाई करना, सच कमाना, सच कमाया जावे, सच दी कमाई की जावे, तां ही सच्चो पाईए, तां ही उस सदा कायम रहने वाले प्रभु दे नाल मिलाप प्राप्त हो सकता है। सो जे सच्चे दे नाम दी कमाई की जावे, ओदी बंदगी की जावे, तां ही वो सच्चा प्रभु प्राप्त हो सकता है। ते इस तो छुट कूड़े कूड़ा मन जे प्रभु दे नाम नूं छड्ड के होर चीज़ां दी कमाई करिए, कूड़ दी खट्टी करिए, माया दे पदार्थ इकट्ठे करिए, तां उस वो तां कूड़ है, हिंसनहार है, नाशवान है, ਉਹਦਾ ਮਾਨ ਵੀ ਕੂੜਾ ਹੀ ਹੈ। ਉਹ ਵੀ ਥੋੜ੍ਹਾ ਜਿਹਾ ਮਾਨ ਹੈ ਜਿਹੜਾ ਦੁਨੀਆ ਦੇ ਵਿੱਚ ਟੈਂਪਰੇਰੀ ਕਿਸੇ ਨੂੰ ਇੱਜ਼ਤ ਮਾਨ ਮਿਲ ਸਕਦੀ ਹੈ ਕਿ ਇਹਨੇ ਬਹੁਤ ਜ਼ਿਆਦਾ ਧਨ ਪਦਾਰਥ ਇਕੱਠੇ ਕੀਤੇ ਹਨ, ਦੁਨੀਆ ਦੇ ਸਨਮਾਨ ਇਕੱਠੇ ਕੀਤੇ ਹਨ, ਉਹ ਨਾਸ਼ਵਾਨ ਹਨ, ਥੋੜ੍ਹੇ ਚਿਰ ਦਾ ਸਾਥ ਦੇਣ ਵਾਲੇ ਹਨ। ਉਹਨਾਂ ਦਾ ਪ੍ਰਭੂ ਦੀ ਦਰਗਾਹ ਦੇ ਵਿੱਚ ਕੌਡੀ ਮੁੱਲ ਨਹੀਂ ਪੈਂਦਾ। तो प्रभु की दरगाह के प्रभु के नाल मिलाप के वास्ते प्रभु के नाम की बंदगी की नाम की कमाई ही कोई एक वसीला है जिहदे नाल प्रभु के नाल मिलाप प्राप्त किया जा सकता है। सच कमाना सच्चो पाइए, सच की नाम की कमाई करके ही सच्चे सदा कायम रहने वाले प्रभु के नाल मिलाप प्राप्त किया जा सकता है। कूड़े कूड़ा मन माया के पदार्थों का मान भी कूड़ा ही है, नाशवान। अंतली पंक्ति च गुरु साहब कहते हैं, नानक तिनको सतगुर मिलिया जिन्हां तुरे पिया परवाना। तो जो जीवन नूं सफल बनाने का जो ढंग है, उस ढंग की सोझी देने वाला सच्चा गुरु उन्हां ही जीवन नूं मिलता है जिन्हां नूं तुरों प्रभु पासों ये दात मिलती है। परवाना वैसे क्या जाता है हुक्मनामे, हुक्म की चिट्ठी में परवाना आया है, मैसेज आया है, उसनों परवाना किया जाता है। जिवें मौत की चिट्ठी में भी परवाना ही किया जाता है। जिवें जो किसी का अंत समय आ जाता है तो वो वास्ते ये गल कही जाती है कि तुरों इहदा परवाना आ गया है कि हुण इहने इत्थों कूच करना है। तो परवाना का जो लिटरल मीनिंग है वो है हुक्म। तो जिन्होंने प्रभु के हुक्म के अनुसार सच्चे गुरु का मिलाप मिल जाता है, वो ही अपने जीवन को गुरु के उपदेश के राही सवार लेंदे हैं। तो गुरु सच्चे गुरु का जो मिलाप है वो भी प्रभु के हुक्म के अनुसार वो रजा के रह के ही प्राप्त होता है। हुक्म के अनुसार ही जीव सच्चे गुरु की शरण को प्राप्त करता है। तो ये अपने आप इतना ही सफिशिएंट नहीं है कि ऐसी सोचिए कि सानू अपना जीवन संवारना है। जिहड़ी गाइडेंस लैनी है, जो जीवन जाच सीखनी है, वो जिस सच्चे गुरु पासों प्राप्त करनी है, ਉਹਦੀ प्राप्ति प्रभु की रजा के विच रह के ही होती है, ਉਹਦੇ हुक्म के अनुसार ही होती है। ये गल गुरबाणी विच बार बार दृढ़ करवाई जाती है कि जिहड़े सच्चे गुरु की शरण में पै जाते हैं उन्होंने भी इस गल का मान नहीं करना चाहिए कि भाई असीं बहुत वधिया काम कर लिया, दूजियां नालों असीं सियाणे हाँ कि असीं सच्चे गुरु पास चले गए हाँ। असल में ये प्रभु की बख्शिश ही है कि उन्होंने पूरे गुरु की शरण प्राप्त हुई है। ये इस मकसद वास्ते भी ये गल गुरु साहब बार बार रिपीट करते हैं ताकि जिहड़ा इंसान जीवन के सही मार्ग ते चल रहा है वो दूजियां दे नाल अपने आप को कंपेयर करके अपने आप को दूजियां तो बेहतर समझण दा हंकार ना करे। इस हंकार के विकार तो बचाव करने वास्ते बार बार गुरु साहब यही गल दृढ़ करवाते हैं कि जिहड़े सही जीवन मार्ग ते तुर पे हैं ये भी प्रभु की बख्शिश का सदका ही है, क्योंकि गुरु का मिलाप प्रभु की बख्शिश तो बिना मिलता ही नहीं। इस तो अगला श्लोक है वो भी गुरु नानक पातशाह का उच्चारण किया हुआ है। महला पहला, साहिब मेरा उजला जेको चित करे नानक सोई सेविय सदा सदा जो दे, नानक सोई सेविय जित सेविय दुख जाए, अवगुण वंजन गुण रवै
मन सुख वसै आए। साहेब मेरा उजला। साहेब लफज का आखिरी अर्थ वही है जो खसम का अर्थ है मालक। साहिब मेरा उजला। उजले का भाव होता है पवित्र, जिदे विच कोई दाग ना होवे, ਜਿਹੜੀ चीज बिल्कुल मैल तो रहत होवे, उसनों उजला किया जाता है। जे को चित्त करे, गुरु साहब कह रहे हैं कि जे कोई ये विचार अपने मन में लियावे प्रभु के बारे, कि प्रभु के गुणों की विचार करे, प्रभु ਨੂੰ अपने ਹਿਰਦੇ 'ਚ ਵਸਾਏ, ਤਾਂ ਉਹਦੇ ਨਾਲ ਸੰਗ ਕੀਤਿਆਂ ਉਹ ਇਨਸਾਨ ਵੀ ਪਵਿੱਤਰ ਹੋ ਜਾਂਦਾ ਹੈ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ। ਮਾਲਕ ਤਾਂ ਉਹ ਅਵਗੁਣਾ ਤੋਂ ਰਹਿਤ ਹੈ ਹੀ, ਉਹ ਤੇ ਗੁਨਾਹ ਦਾ ਮੁਜਸਮਾ ਹੀ ਹੈ, ਪਰ ਜਿਹੜਾ ਉਸਦੇ ਗੁਨਾਹ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਵੀ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਉਹਦੀ ਵੀ ਸਾਂਝ ਉਸ ਗੁਨਾਹ ਦੇ ਮਾਲਕ ਦੇ ਨਾਲ ਬਣਦੀ ਹੈ ਤੇ ਉਹਨਾਂ ਗੁਨਾਹ ਦਾ ਪ੍ਰਭਾਵ ਉਸਦੇ ਜੀਵਨ ਦੇ ਵਿੱਚ ਉਸਨੂੰ ਮਿਲਦਾ ਹੈ। तो इसलिए गुरु साहब कहते हैं, नानक सोई सेवी है सदा सदा जो दे। वो प्रभु जो सब दी दाता देने वाला है, उसे नू ही हमेशा सिमरना चाहिए। सेविया का भाव भी उस प्रभु नू चेते करना, याद करना। नानक सोई सेवी है, उसे नू ही सेवना चाहिए है, उसे नू ही याद करना चाहिए है। सदा सदा जुड़े, जो हमेशा सब जीवां नू दातां देण वाला है। तो जिन्ने भी किसी इंसान नू जिंदगी दे विच शुभ गुण प्राप्त हो सकते हैं, वो सारे गुणों का दाता भी वो प्रभु ही है। वो आप सारे गुण जो किसी नू भी प्राप्त होंदे हैं, वो प्रभु पासों ही मिलते हैं। वो मालक जो आप अवगुणा तो रहत है, जो निर्मल है, ਜਿਹੜਾ ਕੋਈ ਵੀ ਉਸਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ, ਉਸਨੂੰ ਯਾਦ ਕਰਦਾ ਹੈ, ਤਾਂ ਉਹਦੇ ਆਪਣੇ ਔਗਣ ਵੀ ਦੂਰ ਹੋ ਜਾਂਦੇ ਹਨ ਤੇ ਉਹ ਵੀ ਨਿਰਮਲ ਹੋ ਜਾਂਦਾ ਹੈ। तो इसलिए गुरु साहब प्रेरणा करते हैं कि उसे मालक ਨੂੰ ही हमेशा सिमरना चाहिए है, जो सब जीवां ਨੂੰ दाता ਦਿੰਦਾ है, क्योंकि जिस किसी ਨੂੰ भी कोई गुण प्राप्त ਹੁੰਦੇ ਹਨ ਉਹ प्रभु पासों ही प्राप्त ਹੁੰਦੇ ਹਨ। अगली पंक्ति फिर कहते हैं, नानक सोई सेवी है जित सेवे है दुख जाए। इतने ये दोनों लफ्जों के स्पैलिंग का फर्क ध्यान मंगता है। पहली पंक्ति भी सेवीए आया है जिसे बब्बे ਨੂੰ ਬਿਹਾਰੀ है, ਤੇ ਇੱਥੇ ਵੀ ਪਹਿਲਾ ਲਫ਼ਜ਼ ਸੇਵੀਆ ਹੈ ਬब्बे ਨੂੰ ਬਿਹਾਰੀ ਦੇ ਨਾਲ, ਪਰ ਜਿੱਤ ਤੋਂ ਬਾਅਦ ਜੋ ਲਫ਼ਜ਼ ਆਇਆ ਹੈ ਉਹ ਹੈ ਸੇਵਿਆ ਬब्बे ਨੂੰ ਸਿਹਾਰੀ ਦੇ ਨਾਲ, ਛੋਟੀ ਮਾਤਰਾ ਦੇ ਨਾਲ। तो सेविया का अर्थ है सेवना चाहिदा है, ते सेविया का अर्थ है सेवन दे नाल। जिवें जपदी बाणी जांदा सुनिया सुनिया सत संतोख ज्ञान, उस सुनन दे नाल, सुनन करके। तो सेविया का अर्थ होएगा जिन्हों सेवन करके, जिन्हों चेते करन करके, जिसनों याद करन सदका। तो नानक सोई सेवी है, हे नानक उसे प्रभु ਨੂੰ ही हमेशा सिमरना चाहिए है जित सेविया, जिदे सिमरन कीतियां दुख जाए। दुख जाए एक वचन है, दुख दे कक्के ਨੂੰ ਔਂਕੜ है, तो एक वचन है दुख जाए। जिसनों सिमरिया जीवन दे विचों दुख दूर हो जाता है। ਕਿਹੜਾ ਦੁੱਖ ਦੂਰ ਹੁੰਦਾ ਹੈ? ਇੱਕ ਵਚਨ ਕਿਉਂ ਵਰਤਿਆ ਗਿਆ ਹੈ ਕਿ ਮਨੁੱਖਾ ਜੀਵਨ ਦਾ ਸਭ ਤੋਂ ਵੱਡਾ ਇੱਕੋ ਇੱਕ ਹੀ ਦੁੱਖ ਹੈ, ਉਹ ਹੈ ਪ੍ਰਭੂ ਦੇ ਵਿਛੋੜੇ ਦਾ। सारे दुख इस दुख के मुकाबले ते बिल्कुल निगुणे हैं, बहुत छोटे हैं। सब तो बड़ा दुख इंसान की जिंदगी का है, वो है प्रभु तो विछोड़ा। ते प्रभु नू सिमरन, प्रभु का सिमरन कीतियां ये विछोड़े का दुख दूर हो जाता है, खत्म हो जाता है। तो इसलिए गुरु साहब कहते हैं कि उस प्रभु नू ही सिमरना चाहिए है, जिसका सिमरन कीतियां ये विछोड़े का दुख दूर हो जाता है। और इस तो इलावा की होंदा है? अवगुण वंजन गुण रवे मन सुख वसै आए। औगण जेड़े
दूर हो जाते, वंजन। वंजन का मतलब होता है दूर चले जाते हैं। ਔਗੁਣ ਅਵਗੁਣ ਵੰਜਨ, ਜੀਵਨ ਦੇ ਵਿੱਚੋਂ ਔਗਣ ਦੂਰ ਹੋ ਜਾਂਦੇ ਹਨ। ਗੁਣ ਰਵੈ, ਰਵੈ ਦਾ ਭਾਵ ਹੈ ਵਸ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ, ਜੀਵਨ ਦੇ ਅੰਦਰ ਰਚ-ਮਿਚ ਜਾਂਦੇ ਹਨ। ਗੁਣ ਹਿਰਦੇ ਵਿੱਚ ਵਸ ਜਾਂਦੇ ਹਨ। तो ਇਨਸਾਨ ਤਾਂ ਪਵਿੱਤਰ ਕਿਸ ਤਰ੍ਹਾਂ ਹੋ ਸਕਦਾ ਹੈ? ਇਹੀ ਇੱਕ ਤਰੀਕਾ ਹੈ ਕਿ ਹਿਰਦੇ ਵਿੱਚੋਂ ਔਗਣ ਨਿਕਲ ਜਾਣ ਤੇ ਗੁਣ ਟਿਕ ਜਾਣ। ਇਹ ਦੋਨੋਂ ਕੰਮ ਜਦੋਂ ਹੋ ਜਾਂਦੇ ਹਨ ਕਿ ਅਵਗੁਣ ਵੰਜਨ ਗੁਣ ਰਵੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਮਨ ਸੁਖ ਵਸੈ ਆਏ। ਮਨ ਦੇ ਉਹਨਾਂ ਨੂੰ ਸਿਆਰੀ ਹੈ ਕਿ ਮਨ ਦੇ ਵਿੱਚ ਸੁਖ ਆ ਕੇ ਵਸ ਜਾਂਦਾ। ਤੋ ਸੁਖ ਦੀ ਭਾਲਣਾ ਵਾਸਤੇ ਜੀਵ ਨੂੰ ਕਿਧਰੇ ਭਟਕਣ ਦੀ, ਕੋਈ ਹੋਰ ਕਰਮ ਕਾਂਡ ਕਰਨ ਦੀ, ਕੋਈ ਘਰ-ਬਾਰ ਤਿਆਗਣ ਦੀ, ਕੋਈ ਹੋਰ ਕਰਮਾਂ ਕਾਂਡਾਂ ਦੇ ਚੱਕਰਾਂ 'ਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ। ਜਦੋਂ ਹਿਰਦੇ ਚੋਂ ਔਗਣ ਨਿਕਲ ਜਾਂਦੇ ਹਨ, ਗੁਣ ਵਸ ਜਾਂਦੇ ਹਨ, ਜੀਵਨ ਦੇ ਵਿੱਚ, ਮਨ ਦੇ ਵਿੱਚ ਸੁਖ ਆ ਕੇ ਆਪੇ ਹੀ ਵਸ ਜਾਂਦਾ ਹੈ। ਤੇ ਔਗਣਾਂ ਨੂੰ ਕੱਢਣ ਦਾ, ਗੁਣਾਂ ਨੂੰ ਧਾਰਨ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਹ ਗੁਣਾਂ ਦੇ ਸੋਮਾ, ਜੋ ਸਾਰੇ ਗੁਣਾਂ ਦਾ ਦਾਤਾ ਹੈ, ਉਸੇ ਪ੍ਰਭੂ ਦੇ ਨਾਲ ਹੀ ਸੁੱਤ ਨੂੰ ਜੋੜਿਆ ਜਾਵੇ, ਉਸੇ ਦਾ ਹੀ ਧਿਆਨ ਕੀਤਾ ਜਾਵੇ, ਉਸੇ ਨੂੰ ਹੀ ਯਾਦ ਕੀਤਾ ਜਾਵੇ। तो नानक सोई सेविय जित सेविय दुख जाए, प्रभु तो विछोड़े दा दुख चला जाता है। जीवन विचों औगण निकल जाते हैं, गुण वस जाते हैं। जो जीवन विच गुण वसते हैं तो वह प्रभु के नाल नेड़ता जाते हैं, क्योंकि प्रभु आप गुणों का स्वरूप है। तो गुणों की गुणों नाल सांझ पैंदी है। जिन्ने अवगुण होंदे हैं उन्नी प्रभु तो दूरी, जिन्ने गुण ज्यादा आते हैं उन्नी ही प्रभु के नाल नेड़ता। तो अवगुण वंजन गुण रवै, मन सुख वसै आए। मन के विच सुख आके टिक जाता है, वस जाता। तो जिंदगी दे विच जे कोई इंसान सुखी होना चाहता है तो ना उन्होंने कोई बहुत फल फरेब करके, हेरा फेरियां करके, चलाकियां करके, बहुता तानिका करने की लोड़ है। ना घर बार त्याग के तीर्थ यात्रावां करने की लोड़ है, ना जंगलों में जाने की लोड़ है, ना कोई होर शरीर ਨੂੰ कष्ट देने की लोड़ है। कोई कर्म कांडा ਦੇ ਵਿੱਚ ਫਸਣ ਦੀ ਲੋੜ नहीं है, कोई ਭਰਮ ਕਰਨ ਦੀ ਲੋੜ नहीं है। ਸਿੰਪਲ ਇੱਕੋ ਇੱਕ ਤਰੀਕਾ ਹੈ ਕਿ ਜੀਵਨ ਜਿਉਂਦਿਆਂ ਹੋਇਆਂ, ਸਧਾਰਨ ਗ੍ਰਸਤ ਜੀਵਨ ਜਿਉਂਦਿਆਂ ਹੋਇਆਂ, ਮਨ ਦੇ ਨਾਲ ਸੁਰਤ ਨੂੰ ਜੋੜ ਕੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਣੀ, ਉਸ ਪ੍ਰਭੂ ਦਾ ਸਿਮਰਨ ਕਰਨਾ जो सब सुखों का दाता है, जो सब गुणों का समूह है, जो आप औगना तो रहत है। साहिब मेरा उजला जे को चित्त करे, जे कोई भी उसनों अपने चित्त विचार करके देखे तो वो उसनों ये गल समझ आ जाती है कि वो प्रभु गुणों का समूह है, औगना तो रहत है। जिहड़ा भी उहदे नाल सांझ करता है वो भी गारा तो रहत हो जाता है। इसलिए गुरु साहब ने प्रेरणा की है, नानक सोई सेविय सदा सदा जो दे, सारे गुणों को देने वाला दाता वो आप है। नानक सोई सेविय जित सेविया दुख जाए, जिन्हों सिमरन दे नाल जीवन विचों जो विछोड़े का दुख है, जो औगणा के करके विछोड़ा पिया हुआ है, वो दुख दूर हो जाता है। जीवन चों औगण निकल जाते हैं, गुण टिक जाते हैं, ते जीवन के अंदर सुख की प्राप्ति हो जाती है। ये सुख है मिलाप का, दुख सी विछोड़े का, मिलाप का सुख है। तो प्रभु के नाल इकमिकता मिलाप हासिल हो जाता। पौड़ी आपे आप वरतदा, आप ताड़ी लाइयन, आपे ही उपदेश दा गुरमुख पतियायन, एक आपे उजड़ पायन, एक भगती लायन, जिस आप बुझाए सो बुझसी, आपे नाए लाइयन, नानक नाम ते आई है सच्ची वडियाई। ਹੁਣ ਅੰਤਲੀ ਪੌੜੀ ਦੇ ਅੰਦਰ ਗੁਰੂ ਸਾਹਿਬ यही कंक्लूजन दे रहे हैं कि इस सारी सृष्टि ਨੂੰ ਸਿਰਜਣ वाला, चलान वाला वो प्रभु आप ही है, जो सब थाई मौजूद है, सब जीवों के विच वरत रहा है। उस सृष्टि के विच प्रभु आप ही हर थां मौजूद है। आपे आप वरतदा, वरतदा तो भाव की है सब जीवों के विच ओदी
होंद है, मौजूदगी है। आपे आप ਵਰਤਦਾ, ਆਪ ਤਾੜੀ ਲਾਈਨ। ਤਾੜੀ ਲਾਈਨ, ਤਾੜੀ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਸਮਾਧੀ ਹੁੰਦਾ ਹੈ। ਯੋਗੀਆਂ ਦੇ ਵਿੱਚ ਆਮ ਤੌਰ ਤੇ ਇਸ ਚੀਜ਼ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਜਦੋਂ ਉਹ ਅੱਖਾਂ ਉੱਖਾਂ ਬੰਦ ਕਰਕੇ ਧਿਆਨ ਲਗਾ ਕੇ ਕਿਸੇ ਇੱਕ ਚੀਜ਼ ਦੇ ਉੱਤੇ ਜਾਂ ਆਪਣਾ ਧਿਆਨ ਕੇਂਦਰਿਤ ਕਰਦੇ ਹਨ, ਸਿਰਫ ਆਪਣੀ ਨਜ਼ਰ ਨੂੰ ਕਿਸੇ ਇੱਕ ਪੁਆਇੰਟ ਦੇ ਉੱਤੇ ਜਾਂ ਇੱਕ ਰੋਸ਼ਨੀ ਦੇ ਸੋਰਸ ਦੇ ਉੱਤੇ ਹੀ ਟਿਕਾ ਲੈਂਦੇ ਹਨ, ਉਹਨੂੰ ਕਹਿੰਦੇ ਹਨ ਕਿ ਤਰਾਟਕ ਜਾਂ ਤਾੜੀ ਲਾਉਣ ਦੀ ਕਿਰਿਆ। ਉਹਦਾ ਉਹਦੇ ਵਿੱਚ ਕੋਈ ਹਿਲਜੁਲ ਨਹੀਂ ਕਰਨੀ ਹੁੰਦੀ, ਬਿਲਕੁਲ ਕੋਈ ਚੇਂਜ ਨਹੀਂ ਹੁੰਦਾ। ਜੋ ਬਸ ਜਿੱਥੇ ਨਜ਼ਰ ਟਿਕੀ ਹੋਈ ਹੈ ਟਿਕੀ ਰਹਿੰਦੀ ਹੈ, ਉਸਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਪੱਖ ਫਰਕ ਨਹੀਂ, ਪੱਖ ਨਹੀਂ ਹੈ, ਤਾਂ ਹੀ ਤਾੜੀ ਲੱਗੀ ਹੁੰਦੀ। तो जो एक बिल्कुल अनचेंजिंग कॉन्स्टेंट जो अवस्था है उसनू वो ताड़ी का लफज दिंदे हैं। इतने गुरु साहब ने लफज वरत्या आप ताड़ी लाइए। परमात्मा की ताड़ी किवें लगदी है कि जदों ओदी होंद होण दे बावजूद भी कोई इंसान नू एहसास नहीं मिलता कि ओदे वल्लों कोई कॉन्शियस एक्शन हो रहा है, कोई हिलजुल हो रही है। ਉਹਦੇ ਜੀਵ ਦੇ ਅੰਦਰ, ਜੀਵ ਦੀ ਜਿੰਦ ਦੇ ਅੰਦਰ ਪਰਮਾਤਮਾ ਦੀ ਜੋਤ ਮੌਜੂਦ ਹੈ, ਪਰ ਉਹਦੀ ਮੌਜੂਦਗੀ ਦੇ ਬਾਵਜੂਦ ਵੀ ਕਿਸੇ ਵੀ ਢੰਗ ਦੇ ਨਾਲ ਉਹਦੀ ਹੋਂਦ ਦਾ ਜੀਵ ਨੂੰ ਅਹਿਸਾਸ ਪ੍ਰਾਪਤ ਨਹੀਂ ਹੁੰਦਾ। ਕੋਈ ਹਿਲਜੁਲ ਨਹੀਂ, ਕੋਈ ਐਕਸ਼ਨ ਨਹੀਂ ਹੈ, ਕੋਈ ਚੇਂਜ ਨਹੀਂ ਹੈ ਜਿਹਦੇ ਨਾਲ ਪਤਾ ਲੱਗੇ ਵੀ ਹਾਂ ਉਹਦੀ ਮੌਜੂਦਗੀ ਦਾ ਕੋਈ ਅਹਿਸਾਸ ਹੈ। ਤਾਂ ਉਹ ਇੱਕ ਤਰੀਕੇ ਦੇ ਨਾਲ ਉਹ ਤਾੜੀ ਦੀ ਅਵਸਥਾ ਹੈ। ਆਪ ਪ੍ਰਭੂ ਨੇ ਆਪਣੇ ਆਪ ਨੂੰ ਜੀਵ ਦੇ ਅੰਦਰ ਟਿਕਾ ਕੇ ਵੀ ਗੁਪਤ ਰੱਖਿਆ ਹੋਇਆ ਹੈ, ਇਸ ਢੰਗ ਦੇ ਨਾਲ ਰੱਖਿਆ ਹੋਇਆ ਹੈ ਕਿ ਉਹਦੀ ਮੌਜੂਦਗੀ ਦਾ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ। ਫਿਰ ਉਹ ਅਹਿਸਾਸ ਪ੍ਰਾਪਤ ਹੁੰਦਾ ਕਿਵੇਂ ਹੈ? ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਇਨ। ਕਿ ਜੀਵ ਨੂੰ ਇਹ ਭਰੋਸਾ ਹੀ ਨਹੀਂ ਆਉਂਦਾ ਕਿ ਮੇਰੇ ਅੰਦਰ ਪ੍ਰਭੂ ਮੌਜੂਦ ਹੈ। तो ये विश्वास, ये सिक्ख्या ਉਹਨੂੰ ਪ੍ਰਾਪਤ ਹੁੰਦੀ ਹੈ ਗੁਰੂ ਦੇ ਰਾਹੀਂ। ਤੇ ਗੁਰੂ ਦੀ ਸੰਗਤ ਦੀ ਜੋ ਦਾਤ ਹੈ ਉਹ ਪ੍ਰਭੂ ਆਪ ਹੀ ਉਹਦਾ ਸਬਬ ਬਣਾਉਂਦਾ ਹੈ ਤੇ ਜੀਵ ਨੂੰ ਇਹ ਭਰੋਸਾ ਦਿਵਾਉਂਦਾ ਹੈ। ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਏ। ਗੁਰੂ ਦੇ ਰਾਹੀਂ ਪ੍ਰਭੂ ਜੀਵ ਨੂੰ ਇਹ ਭਰੋਸਾ, ਇਹ ਵਿਸ਼ਵਾਸ ਦਿੰਦਾ ਹੈ कि प्रभु सब थई मौजूद है। ये ਉਹਦੀ ਆਪਣੀ ਹੀ ਖੋਜ ਹੈ, ਆਪਣੀ ਹੀ ਕਲਾ ਹੈ ਕਿ ਗੁਰੂ ਦੇ ਰਾਹੀਂ ਜੀਵ ਨੂੰ ਇਹ ਸਿੱਖਿਆ, ਇਹ ਵਿਸ਼ਵਾਸ, ਇਹ ਭਰੋਸਾ ਦਿਵਾਉਂਦਾ ਹੈ। ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਇਨ। ਪਤਿਆਣਾ ਦਾ ਭਾਵ ਹੀ ਹੁੰਦਾ ਹੈ ਕਿ ਜੇ ਕਿਸੇ ਜੀਵ ਨੂੰ ਇਹ ਭਰੋਸਾ ਮਿਲ ਜਾਂਦਾ ਹੈ, ਯਕੀਨ ਮਿਲ ਜਾਂਦਾ ਹੈ ਕਿ ਹਾਂ ਜੋ ਹੋ ਰਿਹਾ ਹੈ ਉਹੀ ਠੀਕ ਹੈ। तो ये गुरु दे राही ये पतिया, ये विश्वास, ये भरोसा मिलता है कि प्रभु सर्वव्यापक है। एक आपे उजड़ पायन, एक भक्ति लायन। ये प्रभु दी अपनी ही बनाई हुई खेड है कि कई कानू, कई जीवां नू उन्हें कुराए पाया हुआ है। एक लफज जो कक्के नू सियारी नाल आंदा है वो बहुवचन हुंदा है। इत्थे दो इस पंक्ति में दो बारी जो एक लफज आया, दोनों सियारी नाल है ते बहुवचन विच हन। तो एक का अर्थ है कई, मैनी। एक आपे उजड़ पाए, आपे ही प्रभु ने कईयां नू उजड़ पाया। उजड़ पान तो भाव है गलत राह पाया है। ते एक भगती लाया ते कईयां नू उन्हें भगती वाले पासे लाया होया है, जो जीवन का सही राह। तो ये भी प्रभु की खेड है कि कई जीव उसने कुराए पाए हुए हैं ते कई उन्हें बंदगी विच लाए हुए हैं। ਇਹਦੇ ਵਿੱਚ ਜਿਹੜੇ ਬੰਦਗੀ 'ਚ ਲੱਗੇ ਹੋਏ ਹਨ ਉਹਨਾਂ ਨੂੰ ਇਹ ਗੁਮਾਨ, ਇਹ ਹਉਮੈ, ਹੰਕਾਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੰਦਗੀ ਕਰਕੇ ਕੋਈ ਬਹੁਤ ਵੱਡਾ ਤੀਰ ਮਾਰ ਰਹੇ ਹਾਂ। ਇਹ ਪ੍ਰਭੂ ਦੀ ਬਖਸ਼ਿਸ਼ ਹੋਈ ਹੈ, ਪ੍ਰਭੂ ਨੇ ਆਪ ਹੀ ਬੰਦਗੀ 'ਚ ਲਾਇਆ, ਇਸ ਕਰਕੇ ਬੰਦਗੀ ਕੀਤੀ ਜਾ ਰਹੀ ਹੈ। ਜਿਹੜੇ ਕੁਰਾਏ ਪਏ ਹੋਏ ਹਨ ਉਹ ਤਾਂ ਵੈਸੇ ਹੀ ਮਾੜੇ ਰਾਹ ਪਏ ਹੋਏ ਹਨ ਤੇ ਜੇ ਉਹ ਹੰਕਾਰ ਵੀ ਕਰ ਰਹੇ ਹਨ ਤੇ ਉਹਨਾਂ ਦੇ ਰਾਹ ਦੇ ਉੱਤੇ ਇਹ ਕੁਝ ਪ੍ਰਾਪਤ ਹੁੰਦਾ ਹੀ ਹੈ। ਪਰ ਉਹਨਾਂ ਨੂੰ ਵੀ ਇਹ ਸਮਝ ਨਹੀਂ ਹੈ ਕਿ ਉਹ ਇਸ ਰਾਹ ਤੇ ਕਿਉਂ ਪੈ ਗਏ ਹਨ। ਇਹ ਵੀ ਪ੍ਰਭੂ ਦੇ ਵੱਲੋਂ ਹੀ ਉਹਨਾਂ ਨੂੰ ਇਸ ਰਾਹ ਤੇ ਤੋਰਿਆ ਗਿਆ। ਜਿਸ ਆਪ ਬੁਝਾਏ ਸੋ ਬੁਝ ਸੀ, ਆਪੇ ਨਾਏ ਲਾਈਨ। ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦਿੰਦਾ ਹੈ ਉਸੇ ਨੂੰ ਹੀ ਸਹੀ ਰਸਤੇ ਦੀ ਸਮਝ ਆਉਂਦੀ ਹੈ। ਨਹੀਂ ਤਾਂ ਜੀਵ ਜਨਮ ਲੈਂਦਾ ਹੈ ਤੇ ਮਾਇਆ ਦਾ ਪ੍ਰਭਾਵ
ਉਹਦੇ ਉੱਤੇ ਚੜ ਜਾਂਦਾ ਹੈ ਤੇ ਉਹਦੀ ਲਿਵ ਟੁੱਟ ਜਾਂਦੀ ਹੈ ਪ੍ਰਭੂ ਪਾਸ। ਤੇ ਫਿਰ ਹੁਣ ਜਿਹਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਸੇ ਨੂੰ ਹੀ ਸੋਝੀ ਮਿਲਦੀ ਹੈ ਕਿ ਉਹ ਜੀਵਨ ਦਾ ਸਹੀ ਰਾਹ ਚੁਣ ਲੈਂਦਾ ਹੈ। ਨਹੀਂ ਤਾਂ ਬਹੁਤੇ ਤਾਂ ਫਿਰ ਮਾੜੇ ਰਾਹ ਗਲਤ ਰਾਹ ਪੁਰਾਏ ਹੀ ਪੈ ਜਾਂਦੇ ਹਨ। तो जिस किसी ਨੂੰ ਵੀ ਜੀਵ ਨੂੰ ਪ੍ਰਭੂ ਆਪ ਇਹ ਸੋਝੀ ਬਖਸ਼ਦਾ ਹੈ, ਜਿਸ ਆਪ ਬੁਝਾਏ ਸੋ ਬੁਝ ਸੀ। ਉਹ ਇਸ ਯੁਕਤੀ ਨੂੰ, ਇਸ ਰਾਹ ਨੂੰ ਸਮਝ ਲੈਂਦਾ ਹੈ ਤੇ ਪ੍ਰਭੂ ਆਪ ਹੀ ਉਸ ਨੂੰ ਆਪੇ ਨਾਏ ਲਾਈਨ, ਆਪਣੇ ਨਾਮ ਦੇ ਨਾਲ ਉਹਨੂੰ ਲਾ ਲੈਂਦਾ ਹੈ, ਜੋੜ ਲੈਂਦਾ ਹੈ। ਲਾਈਨ ਇੱਕ ਵਚਨ ਹੈ ਕਿਉਂਕਿ ਇਹ ਦਾਨ ਦੀ ਕਿਰਿਆ ਪ੍ਰਭੂ ਦੇ ਵੱਲੋਂ ਆਪਣੇ ਨਾਮ ਦੇ ਨਾਲ ਲਾ ਲੈਂਦਾ ਹੈ। ਕੋਈ ਇੱਕ ਵਚਨ ਇਸੇ ਕਰਕੇ ਇੱਕ ਵਚਨ ਦੀ ਕਿਰਿਆ ਹੈ ਕਿ ਆਪਣੇ ਨਾਮ ਦੇ ਨਾਲ ਉਹਨਾਂ ਨੂੰ ਜੋੜ ਲੈਂਦਾ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਇੱਥੇ ਗੱਲ ਵੀ ਇੱਕ ਵਚਨ ਦੀ ਚੱਲ ਰਹੀ ਹੈ। ਜਿਸ ਲਫ਼ਜ਼ ਵੀ ਇੱਕ ਵਚਨ ਵਿੱਚ ਆਇਆ, ਜਿਸ ਕਿਸੇ ਨੂੰ ਉਹ ਪ੍ਰਭੂ ਆਪ ਸੋਝੀ ਦਿੰਦਾ ਹੈ ਉਸ ਨੂੰ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ। ਆਖਰੀ ਪੰਕਤੀ ਜੀ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਨਾਮ ਧਿਆਈਐ ਸੱਚੀ ਵਡਿਆਈ। हे ਨਾਨਕ, ਪ੍ਰਭੂ ਦਾ ਨਾਮ ਹੀ ਧਿਆਉਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਇਹ ਹੀ ਸਦਾ ਕਾਇਮ ਰਹਿਣ ਵਾਲੀ ਸੱਚੀ ਵਡਿਆਈ ਹੈ। ਪ੍ਰਭੂ ਦੀ ਸਿਫਤ ਸਲਾਹ ਹੈ ਜੋ ਸਦਾ ਕਾਇਮ ਰਹਿਣ ਵਾਲੀ ਹੈ। तो वो प्रभु जो गुना का समूह है, गुना का सोमा है, उसे दा ही हमेशा नाम चेते रखना चाहिए है, उसे दा नाम ध्याना चाहिए है। वही जीवन ढंग है जिहदे राही जीवन दे विचों विकार खत्म हुंदे हन, औगण निकलते हैं, गुण प्रगट होंगे हैं, प्रभु के नाल नेड़ता बनती है। ये श्लोकां दे विच भी यही गल समझाई गई है कि पौड़ी दे विच भी फाइनल कंक्लूजन गुरु साहब ने बार के अंत में यही मैसेज दिता है, नानक नाम ध्याई है सच्ची वडियाई। उस सच्चे प्रभु की सदा कायम रहने वाली यही वडियाई है कि उसे प्रभु का ही नाम सिमरना चाहिए है, जो सब जीवों के अंदर गुना का प्रकाश करता है, सब जीवों के उत्ते बख्शिश करके अपने नाल आप ही मेल लैंदा है। ये भी वो बड़ी वड्डी दात है कि जो जिस जीव को चाहता है, जिहदे उत्ते उसकी बख्शिश होती है, उसनों वो जीवन के सही मार्ग की सोझी बख्श दिंदा है, गुरु नाल मिलाप करा दिंदा है, गुरु की सत्संगत बख्शदा है। वो हंस सरवर के नेड़े हो जाते हैं जिन्हों के उत्ते प्रभु की बख्शिश होती है। जी विचार फिर स्वागत करते हैं भैया अपना। वाहिगुरू जी का खालसा वाहिगुरू।